ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹੱਬ ਦੇ ਵਿੱਚ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ। ਅੱਜ ਦੀ ਜਿਹੜੀ ਆਪਣੀ ਕਲਾਸ ਹੈ ਜੀ ਉਹ ਇੰਡੀਅਨ ਕਨਸਟੀਟਿਊਸ਼ਨ ਦੀ ਹੈ, ਭਾਰਤੀ ਸੰਵਿਧਾਨ ਦੀ ਕਲਾਸ ਹੈ। ਪਾਰਟ 6ਵਾਂ ਇਹ ਰਹਿਣ ਵਾਲਾ ਹੈ ਜਿਸ ਵਿੱਚ ਅਸੀਂ ਮਹੱਤਵਪੂਰਨ ਪ੍ਰਸ਼ਨ ਨੇ ਜਿਹੜੇ ਉਹ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਬਿਨਾਂ ਕਿਸੇ ਦੇਰੀ ਤੋਂ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਇੱਕ ਉੱਚ ਅਦਾਲਤ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਰਿਟ ਜਾਰੀ ਕਰ ਸਕਦੀ ਹੈ? Under which article of the Constitution a High Court can issue writ to protect the fundamental rights? ਸੋ ਜਦੋਂ ਵੀ ਕਦੇ ਕਿਸੇ ਵੀ ਉੱਚ ਅਦਾਲਤ ਵੱਲੋਂ ਮੌਲਿਕ ਅਧਿਕਾਰਾਂ ਦੀ ਰੱਖਿਆ ਦੇ ਲਈ ਰਿਟ ਜਾਰੀ ਕੀਤੀ ਜਾਂਦੀ ਹੈ ਤਾਂ ਉਹ ਆਰਟੀਕਲ 226 ਦੇ ਤਹਿਤ ਹੈ ਜਿਹੜੀ ਉਹ ਜਾਰੀ ਕੀਤੀ ਜਾਂਦੀ ਹੈ। ਆਰਟੀਕਲ 226 ਦੇ ਤਹਿਤ ਜਾਰੀ ਕੀਤੀ ਜਾਂਦੀ ਹੈ। ਸੋ ਆਪਸ਼ਨ ਡੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ, ਆਪਸ਼ਨ ਡੀ। ਹੁਣ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਣਾ ਹੈ ਜੀ, ਜਦੋਂ ਸੁਪਰੀਮ ਕੋਰਟ ਕੋਈ ਰਿਟ ਜਾਰੀ ਕਰਦਾ ਹੈ ਤਾਂ ਉਹ ਕਿਹੜੇ ਆਰਟੀਕਲ ਦੇ ਅੰਡਰ ਜਾਰੀ ਕਰਦਾ ਹੈ? ਸੁਪਰੀਮ ਕੋਰਟ ਜਦੋਂ ਕੋਈ ਰਿਟ ਜਾਰੀ ਕਰਦਾ ਹੈ ਤਾਂ ਉਹ ਕਿਹੜੇ ਆਰਟੀਕਲ ਦੇ ਅੰਦਰ ਕਰਦਾ ਹੈ? ਦੂਜਾ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੀ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜੀ ਧਾਰਾ ਰਾਜਪਾਲ ਨੂੰ ਰਾਜ ਵਿਧਾਨ ਸਭਾ ਦੀ ਛੁੱਟੀ ਦੌਰਾਨ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਦਿੰਦੀ ਹੈ? Which of the following article of the Indian Constitution empowers the governor to issue an ordinance during recess of the state legislature? ਤਾਂ ਆਰਟੀਕਲ ਨੰਬਰ 213 ਹੈ ਜੀ ਜਿਹੜਾ ਉਹ ਕੀ ਕਰਦਾ ਹੈ, ਉਹ ਰਾਜਪਾਲ ਨੂੰ ਰਾਜ ਵਿਧਾਨ ਸਭਾ ਦੀ ਛੁੱਟੀ ਦੌਰਾਨ ਆਰਡੀਨੈਂਸ ਜਾਰੀ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਦਿੰਦਾ ਹੈ। ਠੀਕ ਹੈ ਜੀ। ਸੋ ਜਿਹੜਾ ਆਪਸ਼ਨ ਕਰੈਕਟ ਆਣਾ ਉਹ ਆਣਾ ਜੀ ਆਪਸ਼ਨ ਸੀ, ਆਰਟੀਕਲ 213। ਸੋ ਆਪਸ਼ਨ ਸੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਹੈ। ਹੁਣ ਆਰਟੀਕਲ 214 ਹੈ ਜੀ ਜਿਹੜਾ ਉਹ ਡੀਲ ਕਰਦਾ ਹੈ ਹਾਈ ਕੋਰਟਸ ਸਟੇਟ ਦੀ। ਠੀਕ ਹੈ ਜੀ, ਸਟੇਟ ਹਾਈ ਕੋਰਟਸ ਨਾਲ ਇਹ ਡੀਲ ਕਰਦਾ ਹੈ ਇਹ ਆਰਟੀਕਲ। ਆਰਟੀਕਲ 210 ਹੈ ਜੀ ਜਿਹੜਾ ਉਹ ਲੈਂਗੁਏਜ ਕਿਹੜੀ ਯੂਜ਼ ਹੋਊਗੀ, ਲੈਂਗੁਏਜ ਯੂਜ਼ਡ ਇਨ ਸਟੇਟ ਲੈਜਿਸਲੇਚਰ। ਮਤਲਬ ਕਿ ਸਟੇਟ ਲੈਜਿਸਲੇਚਰ ਰਾਜ ਵਿਧਾਨ ਸਭਾ ਵਿੱਚ ਕਿਹੜੀ ਭਾਸ਼ਾ ਦੀ ਵਰਤੋਂ ਹੋਊਗੀ ਉਸ ਨਾਲ ਆਰਟੀਕਲ 210 ਸੰਬੰਧਿਤ ਹੈ। ਠੀਕ ਹੈ ਜੀ। ਆਰਟੀਕਲ 211 ਹੈ ਜੀ ਜਿਹੜਾ ਉਹ ਡੀਲ ਕਿਹਦੇ ਨਾਲ ਕਰਦਾ ਹੈ, ਰਿਸਟ੍ਰਿਕਸ਼ਨ ਔਨ ਡਿਸਕਸ਼ਨ ਇਨ ਲੈਜਿਸਲੇਚਰ। ਤੇ ਆਰਟੀਕਲ 214 ਸਟੇਟਸ ਦੀ ਹਾਈ ਕੋਰਟ ਦੇ ਨਾਲ ਡਿਸਕਸ ਕਰਦਾ ਹੈ। ਤੀਜਾ ਪ੍ਰਸ਼ਨ ਹੈ ਜੀ, ਸੁਪਰੀਮ ਕੋਰਟ ਦੇ ਮੂਲ ਅਧਿਕਾਰ ਖੇਤਰ ਦਾ ਜ਼ਿਕਰ ਭਾਰਤੀ ਸੰਵਿਧਾਨ ਦੇ ਹੇਠਲੇ ਅਨੁਛੇਦ ਦੇ ਕਿਹੜੇ ਹਿੱਸੇ ਵਿੱਚ ਕੀਤਾ ਗਿਆ ਹੈ? Original jurisdiction of Supreme Court is mentioned in which of the following article of the Constitution? ਤਾਂ ਸੁਪਰੀਮ ਕੋਰਟ ਦੇ ਮੂਲ ਅਧਿਕਾਰ ਖੇਤਰ ਦਾ ਜਿਹੜਾ ਜ਼ਿਕਰ ਹੈ ਉਹ ਆਰਟੀਕਲ 131 ਵਿੱਚ ਕੀਤਾ ਗਿਆ ਹੈ। ਸੋ ਆਪਸ਼ਨ ਕਿਹੜਾ ਕਰੈਕਟ ਆਣਾ ਜੀ, ਆਪਸ਼ਨ ਏ, ਆਪਸ਼ਨ ਏ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ। ਠੀਕ ਹੈ ਜੀ। ਆਰਟੀਕਲ ਜਿਹੜਾ 32 ਹੈ 132 ਹੈ ਉਹ ਡੀਲ ਕਰਦਾ ਹੈ ਜੀ ਐਪੀਲੇਟ ਜੁਰਿਡਿਕਸ਼ਨ ਆਫ ਸੁਪਰੀਮ ਕੋਰਟ ਇਨ ਅਪੀਲਸ। ਕੀ ਕਰਦਾ ਹੈ ਜੀ, ਐਪੀਲੇਟ ਜੁਰਿਡਿਕਸ਼ਨ। ਇਹ ਇੰਪੋਰਟੈਂਟ ਹੈ ਜੀ ਜਿਹੜੇ ਅਸੀਂ ਤੁਹਾਨੂੰ ਲਿਖ ਰਹੇ ਹਾਂ ਨਾ, ਆਫ ਸੁਪਰੀਮ ਕੋਰਟ ਇਨ ਅਪੀਲਸ from high court in certain cases। ਠੀਕ ਹੈ ਜੀ। ਆਰਟੀਕਲ 21 ਓਰੀਜਨਲ ਜੁਰਿਡਿਕਸ਼ਨ ਨਾਲ ਸੰਬੰਧਿਤ ਹੈ ਤੇ ਆਰਟੀਕਲ 132 ਐਪੀਲੇਟ ਜੁਰਿਡਿਕਸ਼ਨ ਨਾਲ ਸੰਬੰਧਿਤ ਹੈ ਸੁਪਰੀਮ ਕੋਰਟ ਦੀ। ਚੌਥਾ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਸੰਸਦ ਨੂੰ ਰਾਜ ਸੂਚੀ ਦੇ ਕਿਸੇ ਵਿਸ਼ੇ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦੀ ਹੈ? Which article of the Indian Constitution empower the Parliament to legislate on a subject of the state list? ਤਾਂ ਆਰਟੀਕਲ ਮਤਲਬ ਕਿ ਭਾਰਤੀ ਸੰਵਿਧਾਨ ਦੀ ਧਾਰਾ 249 ਹੈ ਜੀ ਜਿਹੜੀ ਉਹ ਸੰਸਦ ਨੂੰ ਰਾਜ ਸੂਚੀ ਦੇ ਕਿਸੇ ਵਿਸ਼ੇ ਤੇ ਕਾਨੂੰਨ ਬਣਾਉਣ ਦਾ ਜਿਹੜਾ ਅਧਿਕਾਰ ਹੈ ਉਹ ਦਿੰਦੀ ਹੈ। ਸੋ ਆਪਸ਼ਨ ਹੈ ਜੀ ਜਿਹੜਾ ਉਹ ਡੀ ਆਪਸ਼ਨ ਕਰੈਕਟ ਆਣਾ ਸੀ, ਆਰਟੀਕਲ 249। ਠੀਕ ਹੈ ਜੀ। ਹੁਣ ਆਰਟੀਕਲ 226 ਕੀ ਹੈ, ਜਿਵੇਂ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ,
ਹਾਈ ਕੋਰਟਸ ਨੇ ਜਿਹੜੀਆਂ ਉਹ ਰਿਟ ਜਾਰੀ ਕਰਦੀਆਂ ਨੇ। ਆਰਟੀਕਲ 116 ਹੈ ਉਹ ਕੀ ਕਰਦਾ ਹੈ ਜੀ, ਡੀਲ ਵਿਦ ਵੋਟ ਔਨ ਅਕਾਊਂਟ, ਮਤਲਬ ਕਿ ਵੋਟਸ ਆਫ ਕ੍ਰੈਡਿਟ ਐਂਡ ਐਕਸੈਪਸ਼ਨਲ ਗ੍ਰਾਂਟਸ ਨਾਲ ਇਹ ਡੀਲ ਕਰਦਾ। ਪੰਜਵਾਂ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੀ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀ ਨਿਯੁਕਤੀ ਦਾ ਅਧਿਕਾਰ ਦਿੰਦੀ ਹੈ? Which of the following article of the Indian Constitution empower the President to appoint Comptroller and Auditor General of India? ਤਾਂ ਆਰਟੀਕਲ 148 ਹੈ ਜੀ ਜਿਹੜਾ ਉਹ ਕਿਸ ਨਾਲ ਡੀਲ ਕਰਦਾ ਹੈ? ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੁਆਰਾ। ਠੀਕ ਹੈ ਜੀ, ਤੋ ਕਿਹੜਾ ਆਪਸ਼ਨ ਕਰੈਕਟ ਹੈ? ਆਪਸ਼ਨ ਬੀ, ਆਰਟੀਕਲ 148। ਹੁਣ ਆਰਟੀਕਲ 149 ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਸ ਵਿੱਚ ਡਿਊਟੀਜ਼ ਤੇ ਪਾਵਰਸ ਹੁੰਦੀਆਂ ਨੇ ਕੈਗ ਦੀਆਂ। ਠੀਕ ਹੈ ਜੀ, ਤੇ ਆਰਟੀਕਲ 151 ਹੈ ਜੀ ਜਿਹੜਾ ਉਹ ਡੀਲ ਕਰਦਾ ਹੈ ਆਡਿਟ ਰਿਪੋਰਟ ਆਫ ਕੈਗ ਨਾਲ। ਆਡਿਟ ਰਿਪੋਰਟ ਆਫ ਕੈਗ। ਤੇ ਜਿਹੜਾ ਆਰਟੀਕਲ 149 ਹੈ ਉਸ ਵਿੱਚ ਕੈਗ ਦੀ ਕੀ ਹੈ ਜੀ, ਡਿਊਟੀਜ਼ ਨੇ ਤੇ ਪਾਵਰਸ ਬਾਰੇ ਗੱਲ ਕੀਤੀ ਹੋਈ ਹੈ। ਛੇਵਾਂ ਪ੍ਰਸ਼ਨ, ਭਾਰਤੀ ਸੰਵਿਧਾਨ ਦਾ ਆਰਟੀਕਲ 30 ਕਿਸ ਨਾਲ ਸੰਬੰਧਿਤ ਹੈ? ਆਰਟੀਕਲ 30 ਆਫ ਦੀ ਇੰਡੀਅਨ ਕਨਸਟੀਟਿਊਸ਼ਨ ਡੀਲ ਵਿਦ। ਤਾਂ ਆਰਟੀਕਲ 30 ਹੈ ਜੀ ਜਿਹੜਾ ਉਹ ਰਾਈਟ ਆਫ ਮਾਈਨੋਰਿਟੀਜ਼ ਹੈ ਟੂ ਐਸਟੈਬਲਿਸ਼ ਐਂਡ ਮੈਨੇਜ ਐਜੂਕੇਸ਼ਨਲ ਇੰਸਟੀਟਿਊਸ਼ਨਸ। ਸੋ ਆਪਸ਼ਨ ਸੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਹੈ, ਆਪਸ਼ਨ ਸੀ। ਸੱਤਵਾਂ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਦੇਵਨਾਗਰੀ ਹਿੰਦੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਘੋਸ਼ਿਤ ਕਰਦੀ ਹੈ? Which article of the Indian Constitution declare ਦੇਵਨਾਗਰੀ ਹਿੰਦੀ as an official language of India? ਤਾਂ ਸੰਵਿਧਾਨ ਦਾ ਅਨੁਛੇਦ 343 ਕਹਿੰਦਾ ਹੈ ਜੀ ਕਿ ਜਿਹੜੀ ਦੇਵਨਾਗਰੀ ਹਿੰਦੀ ਹੈ ਉਹ ਭਾਰਤ ਦੀ ਸਰਕਾਰੀ ਭਾਸ਼ਾ ਹੈ। ਸੋ ਆਪਸ਼ਨ ਕਿਹੜਾ ਕਰੈਕਟ ਆਊਗਾ ਜੀ? ਆਪਸ਼ਨ ਏ, ਆਰਟੀਕਲ 343। ਠੀਕ ਹੈ ਜੀ, ਆਰਟੀਕਲ 348 ਕਿਸ ਨਾਲ ਸੰਬੰਧਿਤ ਹੈ? ਲੈਂਗੁਏਜ ਯੂਜ਼ਡ ਇਨ ਸੁਪਰੀਮ ਕੋਰਟ। ਵੀ ਸੁਪਰੀਮ ਕੋਰਟ ਵਿੱਚ ਕਿਹੜੀ ਲੈਂਗੁਏਜ ਹੈ ਜਿਹੜੀ ਉਹ ਵਰਤੀ ਜਾਊਗੀ ਤੇ ਹਾਈ ਕੋਰਟਸ ਵਿੱਚ ਕਿਹੜੀ ਲੈਂਗੁਏਜ ਵਰਤੀ ਜਾਊਗੀ? ਲੈਂਗੁਏਜ ਯੂਜ਼ਡ ਇਨ ਸੁਪਰੀਮ ਕੋਰਟ ਕਮ ਹਾਈ ਕੋਰਟਸ। 154 ਹੈ ਜੀ ਜਿਹੜਾ ਆਰਟੀਕਲ ਉਹ ਕਿਸ ਨਾਲ ਡੀਲ ਕਰਦਾ ਹੈ? ਐਗਜ਼ੀਕਿਊਟਿਵ ਪਾਵਰ ਆਫ ਸਟੇਟ ਨਾਲ। ਐਗਜ਼ੀਕਿਊਟਿਵ ਪਾਵਰ ਆਫ ਸਟੇਟ ਨਾਲ ਇਹ ਡੀਲ ਕਰਦਾ ਹੈ। ਤੇ ਆਰਟੀਕਲ 156 ਹੈ ਜੀ ਜਿਹੜਾ ਉਹ ਕੀ ਕਰਦਾ ਹੈ? ਡਿਕਲੇਅਰ ਕਰਦਾ ਹੈ ਟਰਮ ਆਫ ਆਫਿਸ ਆਫ ਗਵਰਨਰ, ਮਤਲਬ ਕਿ ਗਵਰਨਰ ਆਪਣੇ ਦਫ਼ਤਰ ਵਿੱਚ ਕਿੰਨੇ ਸਮੇਂ ਵਾਸਤੇ ਨਿਯੁਕਤ ਹੋਊਗਾ, ਇਹ ਇਸ ਆਰਟੀਕਲ ਵਿੱਚ ਦੱਸਿਆ ਗਿਆ। 8ਵਾਂ ਪ੍ਰਸ਼ਨ ਹੈ ਜੀ, ਮਨੀ ਬਿੱਲ ਕਿਸ ਆਰਟੀਕਲ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ? ਮਨੀ ਬਿੱਲ ਹੈਜ਼ ਬੀਨ ਡਿਫਾਈਨਡ ਇਨ। ਤਾਂ ਮਨੀ ਬਿੱਲ ਹੈ ਜੀ ਜਿਹੜਾ ਉਹ ਪਰਿਭਾਸ਼ਿਤ ਕੀਤਾ ਗਿਆ ਆਰਟੀਕਲ ਨੰਬਰ 110 ਵਿੱਚ। ਸੋ ਆਪਸ਼ਨ ਏ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ। ਠੀਕ ਹੈ ਜੀ, ਆਪਸ਼ਨ ਏ। ਹੁਣ ਆਰਟੀਕਲ 111 ਹੈ ਜੀ ਜਿਹੜਾ ਉਹ ਅਸੈਂਟ ਆਫ ਬਿੱਲ ਨਾਲ ਸੰਬੰਧਿਤ ਹੈ। ਆਰਟੀਕਲ 112 ਹੈ ਜੀ ਜਿਹੜਾ ਉਸ ਨੂੰ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਬਜਟ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਬਜਟ ਨਾਲ ਕਿਹੜਾ ਸੰਬੰਧਿਤ ਹੈ ਜਾਂ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਨਾਲ ਜਿਹੜਾ ਆਰਟੀਕਲ ਸੰਬੰਧਿਤ ਹੈ ਉਹ ਹੈ ਆਰਟੀਕਲ 112। ਠੀਕ ਹੈ ਜੀ, ਤੇ ਆਰਟੀਕਲ ਨੰਬਰ 113 ਹੈ ਜੀ ਜਿਹੜਾ ਉਹ ਕੀ ਹੈ ਜੀ? ਪ੍ਰੋਸੀਜਰ ਇਨ ਪਾਰਲੀਮੈਂਟ। ਪ੍ਰੋਸੀਜਰ ਇਨ ਪਾਰਲੀਮੈਂਟ ਹੈ with respect to estimates, with respect to estimates। ठीक है जी, 9ਵਾਂ ਪ੍ਰਸ਼ਨ ਹੈ ਜੀ, ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਕਿਹਾ ਗਿਆ ਹੈ ਕਿ ਰਾਜ ਗ੍ਰਾਮ ਪੰਚਾਇਤਾਂ ਨੂੰ ਸੰਗਠਿਤ ਕਰਨ ਲਈ ਕਦਮ ਚੁੱਕੇਗਾ? Which article of the constitution laid down that state shall take step to organize village panchayat?
ਤਾਂ ਆਰਟੀਕਲ 40 ਵਿੱਚ ਕਿਹਾ ਗਿਆ ਹੈ ਜੀ ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ ਦੀ ਗੱਲ ਹੈ, ਮਤਲਬ ਕਿ ਰਾਜ ਗ੍ਰਾਮ ਪੰਚਾਇਤਾਂ ਨੂੰ ਸੰਗਠਿਤ ਕਰਨ ਲਈ ਕਦਮ ਚੁੱਕੇਗਾ। ਸੋ ਆਰਟੀਕਲ 40 ਆਰਟੀਕਲ 40 ਕਿਸ ਨਾਲ ਸੰਬੰਧਿਤ ਹੈ? ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ। ਠੀਕ ਹੈ ਜੀ। ਆਰਟੀਕਲ ਜਿਹੜਾ ਆਪਣਾ 73 ਹੈ, ਠੀਕ ਹੈ ਜੀ, ਉਹ ਕੀ ਹੈ ਜੀ? ਐਕਸਟੈਂਟ ਆਫ ਐਗਜ਼ੀਕਿਊਟਿਵ ਪਾਵਰ ਆਫ ਯੂਨੀਅਨ ਨਾਲ ਸੰਬੰਧਿਤ ਹੈ। ਐਕਸਟੈਂਟ ਆਫ ਐਗਜ਼ੀਕਿਊਟਿਵ ਪਾਵਰ ਆਫ यूनियन। आर्टिकल 36 की है? डेफिनेशन है, किस दी डेफिनेशन है? DPSP दी, डायरेक्टिव प्रिंसिपल ते स्टेट पॉलिसी दी। ठीक है जी। ते आर्टिकल 24 किस नाल संबंधित है? प्रोहिबिशन ऑफ इंप्लॉयमेंट, प्रोहिबिशन ऑफ इंप्लॉयमेंट ऑफ चिल्ड्रंस इन फैक्ट्रीज। ठीक है जी। 10वां प्रश्न, ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਕਿਸੇ ਬਿੱਲ ਤੇ ਆਪਣੀ ਸਹਿਮਤੀ ਨੂੰ ਰੋਕਣ ਦਾ ਅਧਿਕਾਰ ਹੈ? Under which article of the Indian Constitution President of India enjoy power to withhold his assent to on any bill? ਤਾਂ ਆਰਟੀਕਲ 111 ਜਿਵੇਂ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ ਐਸੈਂਟ ਆਫ ਬਿੱਲ ਨਾਲ ਸੰਬੰਧਿਤ ਹੈ। ਸੋ ਆਰਟੀਕਲ 111 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਕਿਸੇ ਵੀ ਬਿੱਲ ਤੇ ਆਪਣੀ ਸਹਿਮਤੀ ਨੂੰ ਰੋਕਣ ਦਾ ਅਧਿਕਾਰ ਹੈ। ਸੋ ਆਪਸ਼ਨ ਡੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ। ਹੁਣ ਆਰਟੀਕਲ 108 ਤੁਹਾਨੂੰ ਦਿੱਤਾ ਹੋਇਆ। ਆਰਟੀਕਲ 108 ਕਿਸ ਨਾਲ ਸੰਬੰਧਿਤ ਹੈ? ਜੁਆਇੰਟ ਸੀਟਿੰਗ ਆਫ ਬੋਥ ਹਾਊਸਿਸ ਨਾਲ ਸੰਬੰਧਿਤ ਹੈ। ਜੁਆਇੰਟ ਸੀਟਿੰਗ ਆਫ ਬੋਥ ਹਾਊਸਿਸ। ਜਿਹੜੇ ਇੰਪੋਰਟੈਂਟ ਆਰਟੀਕਲ ਨੇ ਉਹ ਅਸੀਂ ਨਾਲ ਦੇ ਨਾਲ ਲਿਖ ਰਹੇ ਹਾਂ। ਤੇ ਆਰਟੀਕਲ 109 ਕਿਸ ਨਾਲ ਸੰਬੰਧਿਤ ਹੈ? ਸਪੈਸ਼ਲ ਪ੍ਰੋਸੀਜਰ ਇਨ ਰਿਸਪੈਕਟ ਆਫ ਮਨੀ ਬਿੱਲ। ਸਪੈਸ਼ਲ ਪ੍ਰੋਸੀਜਰ in respect of money bill, in respect of money bill। ठीक है जी। 11वां प्रश्न है जी, ਹੇਠ ਲਿਖਿਆਂ ਵਿੱਚੋਂ ਕਿਹੜਾ ਸੰਵਿਧਾਨ ਇਹ ਵਿਵਸਥਾ ਕਰਦਾ ਹੈ ਕਿ ਕਾਨੂੰਨ ਦੇ ਅਧਿਕਾਰ ਤੋਂ ਬਿਨਾਂ ਟੈਕਸ ਨਾ ਤਾਂ ਚੁੱਕੇ ਜਾ ਸਕਦੇ ਹਨ ਅਤੇ ਨਾ ਹੀ ਇਕੱਠੇ ਕੀਤੇ ਜਾ ਸਕਦੇ ਹਨ? ਠੀਕ ਹੈ ਜੀ। which of the constitution provision lays down that taxes can neither be carried nor collected without the authority of law? ठीक है जी। सो इस दे नाल जिहड़ा आर्टिकल संबंधित है वो है जी आर्टिकल 265। सो ऑप्शन ए है जी जिहड़ा वो करैक्ट ऑप्शन आना सी, ऑप्शन ए। हुण आर्टिकल 266 है जी वो किस नाल डील करता है? भी टैक्सिस नॉट टू बी इंपोज्ड बाय अथॉरिटी ऑफ लॉ। ठीक है जी। एंड सूट एंड प्रोसीजर ऑफ प्रॉपर्टी एसेट राइट लाइबिलिटी मेंशनड इन आर्टिकल 300। 12वां प्रश्न है जी, भारत के संविधान के किस हेठले हिस्से विच बुनियादी कर्तव्यां का जिक्र किया गया है? द फंडामेंटल ड्यूटीज आर मेंशनड इन विच पार्ट ऑफ द कॉन्स्टिट्यूशन ऑफ इंडिया? तो फंडामेंटल ड्यूटीज की जिहड़ी गल है, ठीक है जी, वो किहड़े पार्ट विच कीती गई है? सो फंडामेंटल ड्यूटीज की जिहड़ी गल है जी वो कीती गई है 4A विच। सो ऑप्शन किहड़ा करैक्ट आना है जी? ऑप्शन सी। ऑप्शन सी है जी जिहड़ा वो करैक्ट ऑप्शन आना। ठीक है जी, ऑप्शन सी। अगे है जी जिहड़ा अपना पार्ट 3rd है वो किस नाल डील करता है? फंडामेंटल ड्यूटीज नाल। ठीक है जी। पार्ट जिहड़ा 4th है वो DPSP नाल। ठीक है जी। ते अगे जिहड़ा अपना पार्ट है यह डील करता है जी द स्टेट्स नाल। ठीक है जी, ये सारे हो गए जी। अगे चलते हैं। 13वां प्रश्न है जी, जेकर भारतीय संघ का नवा राज बनाना है तो संविधान के हेठ लिखे अनुसूचियों विचों किहड़ी एक विच शोध की जानी चाहिए है? If a new state of the Indian Union is to be created, which one of the following schedule of the constitution must be amended? ਤਾਂ ਜੇਕਰ ਸਾਨੂੰ ਭਾਰਤ ਵਿੱਚ ਕੋਈ ਵੀ ਨਵਾਂ ਰਾਜ
ਬਣਾਉਣਾ ਹੈ ਤਾਂ ਸਾਨੂੰ ਕਿਹੜੀ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਸ਼ੋਧ ਕੀਤੀ ਜਾਣੀ ਹੈ, ਤਾਂ ਸਾਨੂੰ ਪਹਿਲੀ ਅਨੁਸੂਚੀ ਵਿੱਚ ਜਿਹੜੀ ਸ਼ੋਧ ਹੈ ਉਹ ਕਰਨੀ ਪਊਗੀ। ਸੋ ਆਪਸ਼ਨ ਏ ਹੈ ਜੀ ਜਿਹੜਾ ਉਹ ਕਰੈਕਟ ਹੈ, ਕਿਉਂਕਿ ਜਿਹੜਾ ਆਰਟੀਕਲ 1 ਹੈ ਉਹ ਸੰਬੰਧਿਤ ਹੈ ਜੀ ਸਟੇਟ ਤੇ ਯੂਨੀਅਨ ਟੈਰੀਟਰੀਜ਼ ਆਫ ਇੰਡੀਆ ਆਰ ਸਪੈਸੀਫਾਈਡ ਇਨ ਫਸਟ ਸ਼ਡਿਊਲ। ਠੀਕ ਹੈ ਜੀ। ਸੋ ਪਹਿਲੇ ਮਤਲਬ ਕਿ ਜਦੋਂ ਅਸੀਂ ਨਵੀਂ ਸਟੇਟ ਬਣਾਣੀ ਹੈ ਤਾਂ ਪਹਿਲੀ ਅਨੁਸੂਚੀ ਵਿੱਚ ਹਮੇਸ਼ਾ ਸ਼ੋਧ ਹੋਊਗੀ। 14ਵਾਂ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਵਿੱਚ 9ਵੀਂ ਅਨੁਸੂਚੀ ਕਿਸ ਦੁਆਰਾ ਸ਼ਾਮਿਲ ਕੀਤੀ ਗਈ ਸੀ? The 9th schedule of the Indian Constitution was added by। ਤਾਂ 9ਵੀਂ ਅਨੁਸੂਚੀ ਸੀ ਜੀ ਜਿਹੜੀ ਉਹ ਪਹਿਲੀ ਅਮੈਂਡਮੈਂਟ ਦੁਆਰਾ ਐਡ ਕੀਤੀ ਗਈ ਸੀ। ਸੋ ਆਪਸ਼ਨ ਏ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ, ਆਪਸ਼ਨ ਏ। ਹੁਣ 9ਵੀਂ ਅਨੁਸੂਚੀ ਬਾਰੇ ਪੁੱਛ ਲਿਆ ਜਾਊਗਾ ਵੀ ਹੋਈ ਕਦੋਂ ਸੀ, ਤਾਂ 9ਵੀਂ ਅਨੁਸੂਚੀ 1951 ਵਿੱਚ ਐਡ ਹੋਈ ਸੀ। ਮਤਲਬ ਕਿ ਪਹਿਲੀ ਅਮੈਂਡਮੈਂਟ ਜਿਹੜੀ 1951 ਵਿੱਚ ਐਡ ਹੋਈ ਸੀ। ਠੀਕ ਹੈ ਜੀ। ਤੇ 31A ਤੇ ਆਰਟੀਕਲ 31B ਤੇ 9ਵਾਂ ਸ਼ਡਿਊਲ ਇਹ ਸਾਰੇ ਐਡ ਕੀਤੇ ਗਏ ਸੀ ਜੀ। ਠੀਕ ਹੈ ਜੀ। ਇਹ ਸਾਰੇ ਐਡ ਕੀਤੇ ਗਏ ਸੀ 1951 ਵਿੱਚ ਜਿਹੜੀ ਅਮੈਂਡਮੈਂਟ ਹੋਈ ਸੀ। 15ਵਾਂ ਪ੍ਰਸ਼ਨ ਹੈ ਜੀ, ਰਾਜ ਦੇ ਫਰਜ਼ ਵਜੋਂ ਪੰਚਾਇਤਾਂ ਦੇ ਸੰਗਠਨ ਦਾ ਵਿਚਾਰ ਭਾਰਤੀ ਸੰਵਿਧਾਨ ਦੇ ਕਿਸ ਹਿੱਸੇ ਵਿੱਚ ਦੱਸਿਆ ਗਿਆ ਹੈ? The idea of organization of panchayat as a duty of state is mentioned in which part of the Constitution of India? ਤਾਂ ਜਿਹੜੇ ਪੰਚਾਇਤਾਂ ਨੇ ਜੀ ਰਾਜ ਦੇ ਫਰਜ਼ ਵਜੋਂ ਪੰਚਾਇਤਾਂ ਦਾ ਜਿਹੜਾ ਸੰਗਠਨ ਹੈ ਉਹ ਕਿਹੜੇ ਪਾਰਟ ਵਿੱਚ ਦੱਸਿਆ ਗਿਆ? ਚੌਥੇ ਪਾਰਟ ਵਿੱਚ ਦੱਸਿਆ ਗਿਆ। ਸੋ ਆਪਸ਼ਨ ਡੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ। 16ਵਾਂ ਪ੍ਰਸ਼ਨ ਹੈ ਜੀ, ਇੰਦਰਾਜ ਜਨਤਕ ਸਿਹਤ ਅਤੇ ਸੈਨੀਟੇਸ਼ਨ ਭਾਰਤ ਦੇ ਸੰਵਿਧਾਨ ਵਿੱਚ ਕਿਹੜੀ ਲਿਸਟ ਵਿੱਚ ਸ਼ਾਮਲ ਹੈ? The entry public health and sanitation is included in the Constitution of India in। ਤਾਂ ਜਿਹੜੀ ਜਨਤਕ ਸਿਹਤ ਅਤੇ ਸੈਨੀਟੇਸ਼ਨ ਹੈ ਜੀ ਇਹ ਸਟੇਟ ਲਿਸਟ ਦੇ ਅਧੀਨ ਆਉਂਦੀ ਹੈ। ਸੋ ਆਪਸ਼ਨ ਬੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ। ਸਟੇਟ ਲਿਸਟ ਦੇ ਅਧੀਨ ਇਹ ਆਉਂਦੀ ਹੈ। ਠੀਕ ਹੈ ਜੀ। ਕਿਉਂਕਿ ਲੈਜਿਸਲੇਚਰ 3 ਲਿਸਟਾਂ ਵਿੱਚ ਵੰਡਿਆ ਹੋਇਆ, ਯੂਨੀਅਨ ਲਿਸਟ, ਸਟੇਟ ਲਿਸਟ ਤੇ ਕੌਨਕਰੈਂਟ ਲਿਸਟ। 17ਵਾਂ ਪ੍ਰਸ਼ਨ ਹੈ ਜੀ, ਭਾਰਤ ਦੇ ਸੰਵਿਧਾਨ ਦੇ ਹੇਠ ਲਿਖੇ ਅਨੁਸੂਚੀਆਂ ਵਿੱਚੋਂ ਕਿਸ ਵਿੱਚ ਦਲ ਬਦਲੀ ਦੇ ਆਧਾਰ ਤੇ ਇੱਕ ਵਿਧਾਇਕ ਦੀ ਅਯੋਗਤਾ ਸ਼ਾਮਲ ਹੈ? Which one of the following schedule of the Constitution of India include the disqualification of a legislature on a ground of defection? ਤਾਂ ਭਾਰਤ ਦੇ ਸੰਵਿਧਾਨ ਦੇ ਕਿਹੜੇ ਸ਼ਡਿਊਲ ਦੇ ਅਧੀਨ? ਭਾਰਤ ਦੇ ਸੰਵਿਧਾਨ ਦੇ 10ਵੇਂ ਸ਼ਡਿਊਲ ਦੇ ਅਧੀਨ ਕੀ ਹੈ ਜੀ ਕਿਸੇ ਦਲ ਬਦਲੀ ਦੇ ਆਧਾਰ ਤੇ ਇੱਕ ਵਿਧਾਇਕ ਦੀ ਅਯੋਗਤਾ ਹੈ ਜਿਹੜੀ ਉਹ ਸ਼ਾਮਲ ਹੈ। ਸੋ ਆਪਸ਼ਨ ਕਿਹੜਾ ਹੈ ਜੀ? ਆਪਸ਼ਨ ਡੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ। 10ਵਾਂ ਸ਼ਡਿਊਲ ਹੈ ਜੀ। ਠੀਕ ਹੈ ਜੀ। ਤੇ ਜਿਹੜਾ ਇਹ 10ਵਾਂ ਸ਼ਡਿਊਲ ਹੈ ਇਸ ਨੂੰ ਕਿਹਾ ਕੀ ਜਾਂਦਾ ਹੈ ਜੀ? ਐਂਟੀ ਡਿਫੈਕਸ਼ਨ ਲਾਅ ਕਿਹਾ ਜਾਂਦਾ। ਐਂਟੀ ਡਿਫੈਕਸ਼ਨ ਲਾਅ। ਠੀਕ ਹੈ ਜੀ। ਇਹਨੂੰ ਕੀ ਕਿਹਾ ਜਾਂਦਾ? ਐਂਟੀ ਡਿਫੈਕਸ਼ਨ ਲਾਅ ਕਿਹਾ ਜਾਂਦਾ ਹੈ। ਤੇ 52ਵੀਂ ਅਮੈਂਡਮੈਂਟ ਜੋ ਕਿ 1985 ਵਿੱਚ ਹੋਈ ਸੀ ਉਸ ਦੇ ਰਾਹੀਂ ਇਹ ਕਨਸਟੀਟਿਊਸ਼ਨ ਵਿੱਚ ਜੋੜਿਆ ਗਿਆ ਸੀ ਐਂਟੀ ਡਿਫੈਕਸ਼ਨ ਲਾਅ ਜਾਂ ਫਿਰ 10ਵਾਂ ਸ਼ਡਿਊਲ। ਠੀਕ ਹੈ ਜੀ। ਇਸ ਵਿੱਚ ਪ੍ਰੋਵੀਜ਼ਨ ਹੈ ਇਲੈਕਟਡ ਮੈਂਬਰ ਔਨ ਦੀ ਗਰਾਊਂਡ ਆਫ ਡਿਫੈਕਸ਼ਨ ਟੂ ਅਨਦਰ ਪੋਲੀਟੀਕਲ ਪਾਰਟੀ। 18ਵਾਂ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ 3 ਸੂਚੀਆਂ ਸ਼ਾਮਿਲ ਹਨ ਜੋ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਰਦੀਆਂ ਹਨ? Which schedule of the Constitution of India contain the 3 lists that divide power between center and states? ਤਾਂ ਜੀ 7ਵਾਂ ਸ਼ਡਿਊਲ ਹੈ ਜਿਹੜਾ ਉਸ ਦੇ ਅਧੀਨ ਆਉਂਦੀਆਂ ਨੇ 3 ਅਨੁਸੂਚੀਆਂ। ਠੀਕ ਹੈ ਜੀ। ਸੋ ਆਪਸ਼ਨ ਸੀ ਹੈ ਜੀ ਜਿਹੜਾ ਉਹ ਕਰੈਕਟ ਹੈ। ਹੁਣ 3 ਅਨੁਸੂਚੀਆਂ ਹੈ ਕਿਹੜੀਆਂ? ਯੂਨੀਅਨ ਲਿਸਟ ਹੈ, ਸਟੇਟ ਲਿਸਟ ਹੈ ਤੇ ਕੌਨਕਰੈਂਟ ਲਿਸਟ ਹੈ। ਹੁਣ ਤੁਸੀਂ ਦੱਸਣਾ ਹੈ ਜੀ ਯੂਨੀਅਨ ਲਿਸਟ ਵਿੱਚ ਕਿੰਨੇ ਸਬਜੈਕਟ ਨੇ, ਸਟੇਟ ਲਿਸਟ ਵਿੱਚ ਕਿੰਨੇ ਸਬਜੈਕਟ ਨੇ ਤੇ ਕੌਨਕਰੈਂਟ ਲਿਸਟ ਵਿੱਚ ਕਿੰਨੇ ਸਬਜੈਕਟ ਨੇ। ਇਹ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਣਾ। ਇਹ ਕੁਐਸਚਨ ਵੀ ਕਈ ਵਾਰ ਪੇਪਰਾਂ ਵਿੱਚ ਪੁੱਛ ਲਿਆ ਜਾਂਦਾ। ਠੀਕ ਹੈ ਜੀ। ਤਾਂ ਕਰਕੇ ਅਸੀਂ ਤੁਹਾਨੂੰ ਕਿਹਾ ਕਿ ਤੁਸੀਂ ਜ਼ਰੂਰ ਇਹ ਦੱਸਣਾ। 19ਵਾਂ ਪ੍ਰਸ਼ਨ ਹੈ ਜੀ,
ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਕਿਸੇ ਵੀ ਬਿੱਲ ਤੇ ਆਪਣੀ ਸਹਿਮਤੀ ਨੂੰ ਰੋਕਣ ਦੀਆਂ ਸ਼ਕਤੀਆਂ ਪ੍ਰਾਪਤ ਹਨ? ਅੰਡਰ which one of the following article of the Indian Constitution the Legislative Assembly is a ਜਿਹੜਾ ਇਹ ਹੈਗਾ ਆਪਣਾ ਪ੍ਰੈਜ਼ੀਡੈਂਟ ਆਫ ਇੰਡੀਆ ਵਾਲਾ ਕੁਐਸਚਨ ਹੈ। ਪ੍ਰੈਜ਼ੀਡੈਂਟ ਆਫ ਇੰਡੀਆ enjoys power to withhold his assent to any bill। ਇਹ ਦੇਖੋ ਇਹ ਕੁਐਸਚਨ ਅਸੀਂ ਮੈਨੂੰ ਲੱਗਦਾ ਪਹਿਲਾਂ ਵੀ ਅਸੀਂ ਇਹ ਕੁਐਸਚਨ ਕਰਕੇ ਆ ਚੁੱਕੇ ਹਾਂ ਕਿ ਪ੍ਰੈਜ਼ੀਡੈਂਟ ਨੂੰ ਕਿਹੜੇ ਉਸ ਦੇ ਤਹਿਤ ਆਪਣਾ ਜਿਹੜੇ ਬਿੱਲ ਨੂੰ ਸਹਿਮਤੀ ਹੈ ਉਸ ਨੂੰ ਪ੍ਰੈਜ਼ੀਡੈਂਟ ਰੋਕ ਸਕਦਾ ਹੈ। ਸੋ ਇਸ ਕੁਐਸਚਨ ਦਾ ਆਨਸਰ ਹੈ ਜੀ ਜਿਹੜਾ ਇਹ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਣਾ ਹੈ, ਕਿਉਂਕਿ ਅਸੀਂ ਪਹਿਲਾਂ ਵੀ ਇਹ ਕਰਕੇ ਆ ਚੁੱਕੇ ਹਾਂ। ਇਹ ਕੁਐਸਚਨ ਅਸੀਂ ਪਹਿਲਾਂ ਵੀ ਕਰਕੇ ਆ ਚੁੱਕੇ ਹਾਂ, ਠੀਕ ਹੈ ਜੀ। ਸੋ ਅਸੀਂ ਦੱਸ ਦਿੰਦੇ ਹਾਂ ਫਿਰ ਵੀ। ਤਾਂ ਆਰਟੀਕਲ 111 ਹੈ ਜੀ ਜਿਹੜਾ ਉਹ ਕੀ ਹੈ ਇਸ ਨਾਲ ਸੰਬੰਧਿਤ ਹੈ। ਸੋ ਆਪਸ਼ਨ ਡੀ ਆਰਟੀਕਲ 111 ਹੈ ਕਿ ਜੀ ਵੈਨ ਏ ਬਿੱਲ ਇਜ਼ ਪਾਸਡ ਬਾय ਬੋਥ ਹਾਊਸਿਸ ਆਫ ਦੀ ਪਾਰਲੀਮੈਂਟ, ਠੀਕ ਹੈ ਜੀ। ਜਦੋਂ ਕਿਸੇ ਵੀ ਬਿੱਲ ਨੂੰ ਦੋਨੋਂ ਸਦਨਾਂ ਦੁਆਰਾ ਪਾਸ ਕਰ ਦਿੱਤਾ ਜਾਂਦਾ ਹੈ ਫਿਰ ਉਸ ਨੂੰ ਪ੍ਰੈਜ਼ੀਡੈਂਟ ਕੋਲ ਭੇਜਿਆ ਜਾਂਦਾ ਹੈ ਐਸੈਂਟ ਵਾਸਤੇ। ਨਾਓ ਪ੍ਰੈਜ਼ੀਡੈਂਟ ਨੇ ਡਿਸਾਈਡ ਕਰਨਾ ਹੈ ਕਿ ਉਸਨੇ ਉਸ ਬਿੱਲ ਨੂੰ ਆਪਣਾ ਐਸੈਂਟ ਦੇਣਾ ਹੈ ਜਾਂ ਨਹੀਂ ਦੇਣਾ, ਜਾਂ ਫਿਰ ਉਸ ਨੂੰ ਵਿਦ ਹੋਲਡ ਰੱਖਣਾ। ਤਾਂ ਉਹ ਸਾਰਾ ਕੁਝ ਕਿਸ ਵਿੱਚ ਆਉਂਦਾ ਹੈ? ਆਰਟੀਕਲ 111 ਵਿੱਚ ਆਉਂਦਾ ਹੈ। 20ਵਾਂ ਪ੍ਰਸ਼ਨ ਹੈ ਜੀ ਭਾਰਤੀ ਸੰਵਿਧਾਨ ਦੇ ਹੇਠ ਲਿਖੇ ਅਨੁਛੇਦਾਂ ਵਿੱਚੋਂ ਕਿਸ ਇੱਕ ਦੇ ਤਹਿਤ ਵਿਧਾਨ ਸਭਾ ਨੂੰ ਵਿਧਾਨ ਪ੍ਰੀਸ਼ਦ ਦੀ ਸਿਰਜਣਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ? Under which one of the following article of the Indian Constitution the Legislative Assembly is allowed to resolve for the creation of the Legislative Council? ਤਾਂ ਆਰਟੀਕਲ 169 ਦੇ ਤਹਿਤ ਵਿਧਾਨ ਸਭਾ ਨੂੰ ਵਿਧਾਨ ਪ੍ਰੀਸ਼ਦ ਦੀ ਸਿਰਜਣਾ ਲਈ ਹੱਲ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਗਈ ਹੈ। 21ਵਾਂ ਪ੍ਰਸ਼ਨ ਹੈ ਜੀ ਭਾਰਤੀ ਸੰਵਿਧਾਨ ਦੇ ਹੇਠ ਲਿਖੇ ਅਨੁਛੇਦਾਂ ਵਿੱਚੋਂ ਕਿਸ ਇੱਕ ਦੇ ਤਹਿਤ ਰਾਜ ਵਿੱਚ ਵਿਧਾਨ ਪ੍ਰੀਸ਼ਦਾਂ ਦੀ ਸਿਰਜਣਾ ਜਾਂ ਖਤਮ ਕਰਨ ਦੇ ਉਪਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ? Under which one of the following article of the Indian Constitution provision of creation, abolition of legislative council in the state are made? ਤਾਂ ਆਰਟੀਕਲ 169 ਅਨੁਛੇਦ 169 ਦੇ ਤਹਿਤ ਰਾਜ ਵਿੱਚ ਵਿਧਾਨ ਪ੍ਰੀਸ਼ਦਾਂ ਦੀ ਸਿਰਜਣਾ ਜਾਂ ਖਤਮ ਕਰਨ ਦੇ ਉਪਬੰਧਾਂ ਦਾ ਜ਼ਿਕਰ ਹੈ ਜਿਹੜਾ ਉਹ ਕੀਤਾ ਗਿਆ। ਸੋ ਆਪਸ਼ਨ ਬੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ। 22ਵਾਂ ਪ੍ਰਸ਼ਨ ਹੈ ਜੀ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦੀ ਨਿਯੁਕਤੀ ਦੀ ਵਿਵਸਥਾ ਸੰਵਿਧਾਨ ਵਿੱਚ ਕਿਸ ਅਨੁਛੇਦ ਦੇ ਅਧੀਨ ਕੀਤੀ ਗਈ ਹੈ? Provision for the appointments of the National Commission for SC and STs has been made in the Constitution under article। ਤਾਂ ਜਿਹੜੀ ਪ੍ਰੋਵੀਜ਼ਨਸ ਨੇ ਜੀ ਉਹ ਕਿਹੜੇ ਆਰਟੀਕਲ ਵਿੱਚ ਨੇ? ਆਰਟੀਕਲ 338 ਹੈ ਜੀ ਜਿਹੜਾ ਉਹ ਡੀਲ ਕਰਦਾ ਹੈ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ ਨਾਲ, ਤੇ ਆਰਟੀਕਲ 338 ਇਹ ਡੀਲ ਕਰਦਾ ਹੈ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਟ੍ਰਾਈਬਸ ਨਾਲ। ਸੋ ਆਪਸ਼ਨ ਕਿਹੜਾ ਕਰੈਕਟ ਆਊਗਾ ਜੀ? ਆਪਸ਼ਨ ਏ ਆਰਟੀਕਲ 338 ਤੇ ਆਰਟੀਕਲ 338 ਏ। ਸੋ ਆਪਸ਼ਨ ਏ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਊਗਾ, ਠੀਕ ਹੈ ਜੀ। ਅਗਲਾ ਜੀ ਸਾਡੇ ਸੰਵਿਧਾਨ ਦਾ ਕਿਹੜਾ ਹਿੱਸਾ ਪੰਚਾਇਤ ਦੀ 3 ਪੱਧਰੀ ਪ੍ਰਣਾਲੀ ਦੀ ਕਲਪਨਾ ਕਰਦਾ ਹੈ? Which part of our constitution envisages a 3-tier system of ਪੰਚਾਇਤ? ਤਾਂ ਇਸ ਦਾ ਜਿਹੜਾ ਕਰੈਕਟ ਆਪਸ਼ਨ ਆਣਾ ਸੀ ਜੀ, ਇਸ ਦਾ ਕਿਹੜਾ ਕਰੈਕਟ ਆਪਸ਼ਨ ਆਣਾ ਸੀ? ਆਪਸ਼ਨ ਏ। ਆਪਸ਼ਨ ਏ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ, ਠੀਕ ਹੈ ਜੀ। 73ਵੀਂ ਅਮੈਂਡਮੈਂਟ ਦੁਆਰਾ ਇਹ ਐਡ ਕੀਤਾ ਗਿਆ ਸੀ। 73rd ਅਮੈਂਡਮੈਂਟ ਹੋਈ ਸੀ ਜੀ ਜਿਹੜੀ, ਉਸ ਨੇ ਇਹ ਜਿਹੜਾ ਪਾਰਟ ਹੈ ਇਹ ਐਡ ਕੀਤਾ ਸੀ, ਠੀਕ ਹੈ ਜੀ। ਐਂਡ 12th ਸ਼ਡਿਊਲ ਵੀ 73ਵੀਂ ਅਮੈਂਡਮੈਂਟ ਦੇ ਰਾਹੀਂ ਐਡ ਕੀਤਾ ਗਿਆ ਸੀ, ਠੀਕ ਹੈ ਜੀ। 12ਵਾਂ ਸ਼ਡਿਊਲ ਵੀ ਐਡ ਕੀਤਾ ਗਿਆ ਸੀ, ਠੀਕ ਹੈ ਜੀ। 24ਵਾਂ ਪ੍ਰਸ਼ਨ ਹੇਠਾਂ ਦਿੱਤੇ ਲੇਖਾਂ ਵਿੱਚੋਂ ਕਿਹੜਾ ਇੱਕ ਰਾਜ ਸਰਕਾਰ ਨੂੰ ਗ੍ਰਾਮ ਪੰਚਾਇਤਾਂ ਨੂੰ ਸੰਗਠਿਤ ਕਰਨ ਦਾ ਨਿਰਦੇਸ਼ ਦਿੰਦਾ ਹੈ? Which one of the following article direct state government of organized village ਪੰਚਾਇਤ? ਤਾਂ ਆਰਟੀਕਲ ਨੰਬਰ 40 ਕਿਸ ਨਾਲ ਸੰਬੰਧਿਤ ਹੈ? ਪਹਿਲਾਂ ਵੀ ਕਰਕੇ ਆ ਚੁੱਕੇ हैं क्वेश्चन ਦਾ देखो क्वेश्चन बदल गया, ਆਨਸਰਸ ਤਾਂ ਸੇਮ ਹੀ ਨੇ, ਆਰਟੀਕਲ ਤਾਂ ਸੇਮ ਹੈ ਨਾ, क्वेश्चन ਨੂੰ ਵੱਖ-ਵੱਖ ਤਰੀਕੇ ਨਾਲ ਐਗਜ਼ਾਮੀਨਰ ਤੁਹਾਨੂੰ ਪੁੱਛ ਸਕਦਾ ਹੈ।
ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਰਾਜ ਸਰਕਾਰ ਨੂੰ ਗ੍ਰਾਮ ਪੰਚਾਇਤਾਂ ਨੂੰ ਸੰਗਠਿਤ ਕਰਨ ਦਾ ਨਿਰਦੇਸ਼ ਦਿੰਦਾ ਹੈ? ਤਾਂ ਆਰਟੀਕਲ 40। ਠੀਕ ਹੈ ਜੀ, ਸੋ ਆਪਸ਼ਨ ਬੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ, ਆਰਟੀਕਲ 40। 25ਵਾਂ ਪ੍ਰਸ਼ਨ ਹੈ ਜੀ, ਕੇਂਦਰ ਸਰਕਾਰ ਅਤੇ ਰਾਜਾਂ ਵਿਚਕਾਰ ਵਿੱਤੀ ਸੰਬੰਧਾਂ ਬਾਰੇ ਚਰਚਾ ਕਿਸ ਆਰਟੀਕਲ ਕਿਸ ਅਨੁਛੇਦ ਵਿੱਚ ਕੀਤੀ ਗਈ ਹੈ? The financial relationship between union government and the states has been discussed। ਤਾਂ ਜਿਹੜੇ ਫਾਈਨੈਂਸ਼ੀਅਲ ਰਿਲੇਸ਼ਨਸ ਨੇ ਜੀ ਯੂਨੀਅਨ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿਚਕਾਰ, ਉਹ ਆਰਟੀਕਲ 268 ਤੋਂ ਆਰਟੀਕਲ 281 ਦੇ ਵਿੱਚ ਡਿਸਕਸ ਕੀਤੇ ਗਏ ਨੇ। ਸੋ ਆਪਸ਼ਨ ਬੀ ਹੈ ਜੀ ਜਿਹੜਾ ਉਹ ਕਰੈਕਟ ਆਪਸ਼ਨ ਆਣਾ ਸੀ, ਆਪਸ਼ਨ ਬੀ। ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ, ਜਿਸ ਵਿੱਚ ਅਸੀਂ ਇੰਪੋਰਟੈਂਟ MCQs ਕੀਤੇ ਇੰਡੀਅਨ ਪੋਲਿਟੀ ਦੇ। ਟੌਪਿਕ ਵਾਈਜ਼ ਅਸੀਂ ਕਰ ਰਹੇ ਹਾਂ ਇਹ ਪਾਰਟ, ਆਰਟੀਕਲ ਤੇ ਸ਼ਡਿਊਲ ਤੇ ਆਪਾਂ ਜਿਹੜੇ ਕੁਐਸਚਨ ਨੇ ਇਹ ਕਰ ਰਹੇ ਹਾਂ। ਪਾਰਟ 6ਵਾਂ ਸੀ ਜੀ ਇਹ। ਸੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੁਜੈਸ਼ਨ ਹੈ ਜਿਹੜਾ ਉਹ ਦੇ ਸਕਦੇ ਹੋ। ਤੇ ਵੀਡੀਓ ਦੇ ਰਿਗਾਰਡਿੰਗ ਫੀਡਬੈਕ ਤੁਸੀਂ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਉਹ ਪੰਜਾਬ ਨੌਲੇਜ ਹੱਬ ਲੈ ਕੇ ਆਓ। ਸੋ ਅੱਜ ਦੀ ਇਹ ਵੀਡੀਓ ਵੇਖਣ ਲਈ ਅਸੀਂ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਮਿਲਾਂਗੇ ਜੀ ਕੱਲ ਨੂੰ ਇੱਕ ਹੋਰ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜਿਵੇਂ ਕਿ ਵਿਦਿਆਰਥੀਆਂ ਨੂੰ ਪਤਾ ਹੀ ਹੋਣਾ ਕਿ ਅੱਜ ਮੌਕ ਟੈਸਟ ਹੈ, ਸੋ ਸਾਰੇ ਵਿਦਿਆਰਥੀ ਉਹ ਅਟੈਂਡ ਕਰ ਸਕਦੇ ਨੇ। ਸੋ ਧੰਨਵਾਦ।